ਵਾਹਿਗੁਰੂ। ਸਤਿਨਾਮ। ਵਾਹਿਗੁਰੂ ਸਾਹਿਬ ਜੀਓ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਜਜੈ ਜਾਨ ਮੰਗਤ ਜਨ ਜਾਚੈ, 184 ਭੀਖ ਭਵਿਆ। ਏਕੋ ਲੇਵੈ ਏਕੋ ਦੇਵੈ, ਅਵਰ ਨਾ ਦੂਜਾ ਮੈਂ ਸੁਣਿਆ। ਏਕੋ ਲੇਵੈ ਏਕੋ ਦੇਵੈ, ਅਵਰ ਨਾ ਦੂਜਾ ਮੈਂ ਸੁਣਿਆ। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਮੁਜੱਸਮੇ, ਪਰਮ ਕਿਰਪਾਲੂ ਪਰਮ ਦਇਆਲੂ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਖਸਮ ਕੀ ਬਾਣੀ ਦਾ ਰਸ ਪਿੰਨਾ ਕੀਰਤਨ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਸਰਵਣ ਕੀਤਾ ਹੈ। ਆਓ ਸਾਧ ਸੰਗਤ, ਜਿੱਥੇ ਬੜੇ ਪਿਆਰ ਨਾਲ ਕੀਰਤਨ ਦੇ ਵਿੱਚ ਹਾਜ਼ਰੀ ਲਵਾਈ ਹੈ, ਉੱਥੇ ਕੁਝ ਕੁ ਸਮਾਂ ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੱਟੀ ਲਿਖੀ ਦੀ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਲੜੀ ਦੇ ਅਨੁਸਾਰ ਜੋ ਅੱਜ ਦਾ ਪਾਵਨ ਬਚਨ ਜਜੈ ਜਾਨ ਮੰਗਤ ਜਨ ਜਾਚੈ, 184 ਭੀਖ ਭਵਿਆ। ਏਕੋ ਲੇਵੈ ਏਕੋ ਦੇਵੈ, ਅਵਰ ਨਾ ਦੂਜਾ ਮੈਂ ਸੁਣਿਆ। ਗੁਰਮੁਖੀ ਦਾ ਜੋ ਜੱਜਾ ਅੱਖਰ ਹੈ, ਜੱਜਾ ਲੈਟਰ ਹੈ, ਉਹਦੇ ਰਾਹੀਂ ਸਤਿਗੁਰੂ ਜੀ ਉਪਦੇਸ਼ ਦਿੰਦੇ ਪਏ ਨੇ। ਸਾਹਿਬ ਜੀ ਕਹਿੰਦੇ ਪ੍ਰਮਾਤਮਾ ਨੇ ਇਸ ਸੰਸਾਰ ਦੇ ਵਿੱਚ ਬੇਅੰਤ ਜੀਵ ਪੈਦਾ ਕੀਤੇ। ਮੇਨ ਤੌਰ 'ਤੇ ਆਪਾਂ 84 ਲੱਖ ਦੀ ਗੱਲ ਕਰਦੇ ਹਾਂ। ਸਤਿਗੁਰੂ ਜੀ ਕਹਿੰਦੇ ਸਾਰੇ ਪੈਦਾ ਕੀਤੇ ਹੋਏ ਜੀਵ, ਉਹ ਮਾਲਕ ਆਪ ਹੀ ਉਹਨਾਂ ਜੀਵਾਂ ਦੇ ਵਿੱਚ ਵਸ ਰਿਹਾ ਹੈ, ਆਪ ਹੀ ਦਾਤਾਂ ਦੇਣ ਵਾਲਾ ਹੈ, ਆਪ ਹੀ ਦਾਤਾਂ ਲੈਣ ਵਾਲਾ ਹੈ। ਆਪ ਹੀ ਕਿਤੇ ਉਹ ਦਾਤਾ ਬਣ ਜਾਂਦਾ ਹੈ ਅਤੇ ਆਪ ਹੀ ਉਹ ਕਿਤੇ ਭਿਖਾਰੀ ਬਣ ਜਾਂਦਾ ਹੈ। ਅਤੇ ਨਾਲ ਹੀ ਇੱਕ ਗੱਲ ਹੋਰ ਸਮਝਾ ਦਿੱਤੀ ਕਿ ਭਲਿਆ ਜੇਕਰ ਤੂੰ ਕਿਤੇ ਮੰਗਣਾ ਹੈ ਅਤੇ ਉਸ ਇੱਕ ਮਾਲਕ ਦੇ ਕੋਲੋਂ ਹੀ ਮੰਗੀ, ਕਿਉਂਕਿ ਉਹਦੇ ਵਰਗਾ ਦੂਜਾ ਹੋਰ ਹੈ ਹੀ ਕੋਈ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕੀ ਸਮਝਾ ਰਹੇ ਨੇ ਇਹਨਾਂ ਪਾਵਨ ਬਚਨਾਂ ਦੇ ਵਿੱਚ, ਇਹ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਇਨਸਾਨੀ ਜ਼ਿੰਦਗੀ ਜਿਹੜੀ ਹੈ ਨਾ, ਉਹ ਮੰਗਾਂ ਦੇ ਉੱਤੇ ਹੀ ਡਿਪੈਂਡ ਕਰਦੀ ਹੈ। ਜਨਮ ਤੋਂ ਲੈ ਕੇ ਮੌਤ ਤੱਕ ਇਨਸਾਨ ਦੇ ਅੰਦਰ ਮੰਗਾਂ ਪੈਦਾ ਹੀ ਹੁੰਦੀਆਂ ਰਹਿੰਦੀਆਂ ਨੇ, ਕੁਝ ਨਾ ਕੁਝ ਇਹ ਮੰਗਦਾ ਹੀ ਰਹਿੰਦਾ ਹੈ। ਬਚਪਨ ਦੇ ਵਿੱਚ ਮੰਗਾਂ ਛੋਟੀਆਂ ਸੀ, ਜਿਵੇਂ ਜਿਵੇਂ ਵੱਡਾ ਹੁੰਦਾ ਹੈ ਉਹ ਮੰਗਾਂ ਵੀ ਥੋੜ੍ਹੀਆਂ ਵੱਡੀਆਂ ਹੋਈ ਜਾਂਦੀਆਂ ਨੇ। ਕਿਤੇ ਕੋਈ ਛੋਟਾ ਮੰਗਤਾ ਹੈ, ਕਿਸੇ ਦੀ ਮੰਗ ਕੁਝ
ਪੈਸਿਆਂ ਤੱਕ ਹੈ, ਕੁਝ ਰੁਪਈਆਂ ਤੱਕ ਹੈ। ਕੋਈ ਜਿਹੜਾ ਇਹ ਵੱਡਾ ਮੰਗਤਾ ਹੈ ਉਹ ਥੋੜ੍ਹੀ ਜਿਹੀ ਵੱਡੀ ਮੰਗ ਰੱਖੇਗਾ ਉਸ ਮਾਲਕ ਦੇ ਪਾਸੋਂ। ਤੇ ਇਹ ਗੱਲ ਵੀ ਦੇਖਣ ਦੇ ਵਿੱਚ ਆਉਂਦੀ ਹੈ ਕਿ ਇਨਸਾਨ ਪਹਿਲਾਂ ਕਿਸੇ ਇਨਸਾਨ ਦੇ ਉੱਤੇ ਡਿਪੈਂਡ ਕਰਦਾ ਹੈ। ਜਿਵੇਂ ਇੱਕ ਬੱਚਾ ਆਪਣੇ ਮਾਂ ਪਿਓ ਦੇ ਉੱਤੇ ਡਿਪੈਂਡ ਕਰਦਾ ਹੈ, ਉਹਦੇ ਕੋਲੋਂ ਮੰਗਾਂ ਮੰਗਦਾ ਹੈ। ਆਪਣੇ ਭੈਣ ਭਰਾਵਾਂ ਦੇ ਉੱਤੇ ਡਿਪੈਂਡ ਕਰਦਾ ਹੈ, ਉਹਨਾਂ ਦੇ ਕੋਲੋਂ ਮੰਗਾਂ ਮੰਗੇਗਾ। ਥੋੜ੍ਹਾ ਵੱਡਾ ਹੋ ਜਾਏਗਾ ਜਦੋਂ ਉਹਦੀ ਕਿਸੇ ਇਨਸਾਨ ਦੇ ਪਾਸੋਂ ਮੰਗ ਪੂਰੀ ਨਹੀਂ ਹੋਏਗੀ, ਫਿਰ ਉਹ ਰੱਬ ਦੇ ਕੋਲੋਂ ਮੰਗੇਗਾ। ਇਹ ਮੰਗਣ ਵਾਲਾ ਸਿਲਸਿਲਾ ਜਿਹੜਾ ਨਾ, ਇਹ ਕਦੇ ਖਤਮ ਨਹੀਂ ਜੀ ਹੁੰਦਾ, ਸਾਰੀ ਜ਼ਿੰਦਗੀ ਚੱਲਦਾ ਹੀ ਰਹਿੰਦਾ ਹੈ। ਜਦੋਂ ਤੱਕ ਸਾਹ ਸਾਡੇ ਨੇ ਉਦੋਂ ਤੱਕ ਇਹ ਮੰਗਾਂ ਸਾਡੇ ਅੰਦਰੋਂ ਪੈਦਾ ਹੁੰਦੀਆਂ ਰਹਿੰਦੀਆਂ ਨੇ। ਅਸੀਂ ਕਿਸੇ ਨਾ ਕਿਸੇ ਦੇ ਪਾਸੋਂ ਕੁਝ ਨਾ ਕੁਝ ਜ਼ਰੂਰ ਮੰਗਦੇ ਰਹਿੰਦੇ ਹਾਂ। ਤੇ ਇਹਦਾ ਮਤਲਬ ਇਹ ਹੋ ਗਿਆ, ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੀ ਕਿਹਾ ਕਿ ਜਗਤ ਭਿਖਾਰੀ ਫਿਰਤ ਹੈ। ਇਹ ਜਦੋਂ ਆਪਣੀ ਜੇਬ ਦੇ ਵਿੱਚੋਂ, ਆਪਣੀ ਪਾਕਟ ਦੇ ਵਿੱਚੋਂ, ਆਪਣੇ ਪਰਸ ਦੇ ਵਿੱਚੋਂ ਕੁਝ ਪੈਸੇ ਕੱਢ ਕੇ ਆਪਾਂ ਕਿਸੇ ਭਿਖਾਰੀ ਨੂੰ ਦਿੰਦੇ ਆ ਨਾ, ਤੇ ਉਸ ਟਾਈਮ ਤੇ ਕੁਝ ਪਲ ਵਾਸਤੇ ਹੋ ਸਕਦਾ ਹੈ ਕਿ ਸਾਡੇ ਅੰਦਰ ਇਹ ਖਿਆਲ ਪੈਦਾ ਹੋ ਜਾਏ ਕਿ ਮੈਂ ਦਾਤਾ। ਪਰ ਯਾਦ ਰਹੇ, ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਰਿਮਾਈਂਡ ਕਰਾਉਂਦੇ ਪਏ ਨੇ, ਕਹਿੰਦੇ ਜਗਤ ਭਿਖਾਰੀ ਫਿਰਤ ਹੈ। ਸਾਰਾ ਸੰਸਾਰ ਹੀ ਭਿਖਾਰੀ ਹੈ। ਉਹ ਵੱਖਰੀ ਗੱਲ ਹੈ, ਜਿਵੇਂ ਬੇਨਤੀ ਕੀਤੀ ਕਿ ਕੋਈ ਛੋਟਾ ਹੈ ਤੇ ਕੋਈ ਵੱਡਾ ਹੈ, ਕਿਸੇ ਦੀ ਮੰਗ ਛੋਟੀ ਹੈ, ਕਿਸੇ ਦੀ ਮੰਗ ਵੱਡੀ ਹੈ। ਇਹ ਉਹਦੇ ਸਟੇਟਸ ਦੇ ਉੱਤੇ ਡਿਪੈਂਡ ਕਰਦਾ ਹੈ। ਜਿਹੜਾ ਵਿਚਾਰਾ ਗਰੀਬ ਹੈ ਉਹਦੀ ਮੰਗ ਕਿੰਨੀ ਕੁ ਹੋਏਗੀ? ਉਹ ਇਹੀ ਮੰਗੇਗਾ ਨਾ ਮਾਲਕ ਦੇ ਪਾਸੋਂ, ਮਾਲਕ ਕਿਰਪਾ ਕਰੀ ਸਵੇਰ ਦਾ ਪ੍ਰਸ਼ਾਦਾ ਛਕਿਆ ਤੇ ਇੰਨਾ ਕੁ ਮੈਨੂੰ ਦੇ ਦੇਈਂ ਤਾਂ ਕਿ ਮੈਂ ਸ਼ਾਮ ਦਾ ਪ੍ਰਸ਼ਾਦਾ ਵੀ ਛਕ ਸਕਾਂ, ਉਹਦੀ ਇਹ ਮੰਗ ਹੋਏਗੀ। ਜਿਹੜਾ ਮਿਡਲ ਕਲਾਸ ਦਾ ਹੈ ਥੋੜ੍ਹਾ, ਉਹ ਕਹੇਗਾ ਜੀ ਕਿ ਇੰਨੀ ਕੁ ਸੈਲਰੀ ਹੈ ਤੇ ਇਹਦੇ ਵਿੱਚ ਪਰਿਵਾਰ ਦਾ ਗੁਜ਼ਾਰਾ ਵੀ ਕਰਨਾ, ਕਿਰਪਾ ਕਰ। ਬੱਚੇ ਪੜ੍ਹਨ ਲੱਗ ਪਏ ਨੇ, ਸਕੂਲ ਜਾਣਾ ਸਟਾਰਟ ਕਰ ਦਿੱਤਾ ਹੈ ਉਹਨਾਂ ਨੇ, ਤੇ ਮਾਲਕ ਕਿਰਪਾ ਕਰ ਥੋੜ੍ਹੀ ਜਿਹੀ ਇਨਕਰੀਜ਼ ਹੋ ਜਾਏ ਤਾਂ ਕਿ ਉਹਨਾਂ ਦੀ ਸਟੱਡੀ ਚੰਗੀ ਤਰ੍ਹਾਂ ਹੋ ਜਾਏ। ਤੇ ਜਿਹੜਾ ਥੋੜ੍ਹਾ ਜਿਹਾ ਅਮੀਰ ਹੈ ਉਹਦੀਆਂ ਮੰਗਾਂ ਥੋੜ੍ਹੀਆਂ ਵੱਡੀਆਂ ਹੋਣਗੀਆਂ। ਉਹ ਕਹੇਗਾ ਮਾਲਕਾ ਇਹ ਮੈਂ ਕੰਪਨੀ ਸਟਾਰਟ ਕੀਤੀ ਹੈ, ਕਿਰਪਾ ਕਰ ਮੈਂ ਦੂਜੀ ਕੰਪਨੀ ਵੀ ਸਟਾਰਟ ਕਰ ਸਕਾਂ। ਉਹਦੀ ਮੰਗ ਵੱਡੀ ਹੋ ਗਈ ਨਾ। ਸਟੇਟਸ ਦੇ ਅਕੋਰਡਿੰਗਲੀ ਮੰਗਾਂ ਵੀ ਸਾਡੀਆਂ ਛੋਟੀਆਂ ਵੱਡੀਆਂ ਹੁੰਦੀਆਂ ਰਹਿੰਦੀਆਂ ਨੇ। ਪਰ ਇਹ ਗੱਲ ਮੰਨਣੀ ਪਏਗੀ ਕਿ ਜਿੰਨਾ ਮਰਜ਼ੀ ਕਿਸੇ ਦੇ ਕੋਲ ਧਨ ਪਦਾਰਥ ਹੋਵੇ, ਸਤਿਗੁਰੂ ਜੀ ਕਹਿੰਦੇ ਉਹ ਰਹੇਗਾ ਮੰਗਤਾ ਹੀ। ਉਹ ਕਹਿੰਦੇ ਨੇ ਨਾ, ਇੱਕ ਰਾਜਾ ਆਪਣੇ ਸਿਪਾਹੀਆਂ ਦੇ ਨਾਲ ਸ਼ਿਕਾਰ ਖੇਡਣ ਵਾਸਤੇ ਜੰਗਲ 'ਚ ਗਿਆ। ਸ਼ਾਮ ਦਾ ਸਮਾਂ ਹੋ ਗਿਆ ਜੀ, ਤੇ ਇੱਕ ਜਾਨਵਰ ਦੇ ਪਿੱਛਾ ਕਰਦਿਆਂ ਹੋਇਆਂ ਉਹ ਰਾਜਾ ਆਪਣੇ ਸਿਪਾਹੀਆਂ ਦੇ ਨਾਲੋਂ ਕਾਫੀ ਦੂਰ ਚਲਾ ਗਿਆ, ਕਾਫੀ ਅੱਗੇ ਲੰਘ ਗਿਆ। ਤੇ ਉਧਰੋਂ ਸ਼ਾਮ ਸੂਰਜ ਢਲਦਾ ਪਿਆ ਸੀ, ਹਨੇਰਾ ਹੋਣਾ ਸ਼ੁਰੂ ਹੋ ਗਿਆ। ਤੇ ਜਦੋਂ ਹਨੇਰਾ ਹੋ ਗਿਆ ਤੇ ਉਹਨੂੰ ਵਾਪਸ ਆਉਣ ਦਾ ਰਸਤਾ ਕੋਈ ਨਾ ਮਿਲੇ। ਆਪਣੇ ਸਿਪਾਹੀਆਂ ਦੇ ਨਾਲੋਂ, ਸੈਨਿਕਾਂ ਦੇ ਨਾਲੋਂ ਉਹ ਵਿਛੜ ਗਿਆ ਹੈ। ਹਨੇਰੇ ਦੇ ਕਰਕੇ ਹੁਣ ਜੰਗਲ ਦੇ ਵਿੱਚੋਂ ਰਸਤਾ ਕੋਈ ਨਹੀਂ ਮਿਲਦਾ ਪਿਆ। ਤੇ ਕੀ ਦੇਖਦਾ ਹੈ ਕਿ ਇੱਕ ਦੂਰ ਕਿਸੇ ਦੀਵੇ ਦੀ ਲਾਟ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ, ਕੋਈ ਲੈਂਪ, ਕੋਈ ਦੀਵਾ ਜਲਦਾ ਪਿਆ ਹੈ। ਉਹ ਜਦੋਂ ਨਜ਼ਰੀ ਪੈਂਦਾ ਤੇ ਉਸ ਦੀਵੇ ਵੱਲ ਜਾਂਦਾ ਹੈ। ਪਹੁੰਚਦਾ ਹੈ, ਉੱਥੇ ਇੱਕ ਛੋਟੀ ਜਿਹੀ ਹੱਟ ਹੈ, ਇੱਕ ਝੌਂਪੜੀ ਹੈ। ਉਹਦੇ ਵਿੱਚ ਦੋ ਪਤੀ ਪਤਨੀ ਗਰੀਬ ਜਿਹੇ ਵਿਚਾਰੇ ਰਹਿੰਦੇ ਨੇ। ਤੇ ਉਹਨਾਂ ਦੇ ਕੋਲ ਜਾ ਕੇ ਬੇਨਤੀ ਕਰਦਾ ਕਿ ਮੈਂ ਰਾਜਾ, ਮੈਂ ਰਸਤਾ ਭਟਕ ਗਿਆ, ਤੁਹਾਡਾ ਅਹਿਸਾਨ ਹੋਏਗਾ ਮੇਰੇ ਉੱਤੇ ਜੇਕਰ ਤੁਸੀਂ ਮੈਨੂੰ ਅੱਜ ਦੀ ਰਾਤ ਇੱਥੇ ਆਪਣੇ ਘਰ ਦੇ ਵਿੱਚ ਰਹਿਣ ਵਾਸਤੇ ਇਜਾਜ਼ਤ ਦੇ ਦਿਓ। ਸਵੇਰ ਹੁੰਦਿਆਂ ਮੈਂ ਚਲਾ ਜਾਵਾਂਗਾ। ਉਹ ਪਤੀ ਪਤਨੀ ਭਲੇ ਲੋਕ ਸੀ, ਉਹਨਾਂ ਨੇ ਜੋ ਕੁਝ ਘਰ ਦੇ ਵਿੱਚ ਬਣਾਇਆ ਸੀ ਰੁੱਖਾ ਮਿੱਸਾ, ਉਹ ਆਪ ਵੀ ਛਕਿਆ ਤੇ ਰਾਜੇ ਨੂੰ ਵੀ ਛਕਾਇਆ। ਜਿਸ ਬੈੱਡ ਦੇ ਉੱਤੇ, ਕਿਤੇ ਮੰਜੇ ਦੇ ਉੱਤੇ ਆਪ ਸੌਂਦੇ ਸੀ, ਉਹਦੇ ਉੱਤੇ ਰਾਜੇ ਨੂੰ ਸੌਂ ਦਿੱਤਾ। ਆਪ ਉਹਨਾਂ ਨੇ ਥੱਲੇ ਆਸਣ ਲਾ ਲਿਆ ਜੀ ਜ਼ਮੀਨ ਤੇ। ਸਵੇਰ ਹੋਈ, ਸਵੇਰੇ ਜਾਣ ਤੋਂ ਪਹਿਲਾਂ ਰਾਜੇ ਨੇ ਇੱਕ ਪੇਪਰ ਦੇ ਉੱਤੇ ਕੁਝ ਲਿਖ ਕੇ ਘਰ ਦੇ ਮਾਲਕ ਨੂੰ, ਉਸ ਬੰਦੇ ਨੂੰ ਦੇ ਦਿੱਤਾ। ਕਹਿਣ ਲੱਗਾ ਜਦੋਂ ਵੀ ਕਿਸੇ ਵੀ ਚੀਜ਼ ਦੀ ਕੋਈ ਵੀ ਜ਼ਰੂਰਤ ਹੋਏ ਤੂੰ ਮੇਰੇ ਕੋਲ ਆ ਜਾਈਂ, ਮੇਰੇ ਮਹਿਲ ਆ ਜਾਈਂ, ਤੇਰੀ ਮੰਗ ਪੂਰੀ ਹੋਏਗੀ। ਤੂੰ ਮੇਰੀ ਮਦਦ ਕੀਤੀ ਹੈ, ਔਖੇ ਸਮੇਂ ਦੇ ਵਿੱਚ ਮੇਰਾ ਸਾਥ ਦਿੱਤਾ ਹੈ, ਮੈਂ ਤੇਰੀ ਮੰਗ ਜ਼ਰੂਰ ਪੂਰੀ ਕਰਾਂਗਾ। ਚਲਾ ਗਿਆ ਜੀ। ਦਿਨ ਬਤੀਤ ਹੋਏ। ਘਰ ਵਾਲੀ ਨੇ ਉਸ ਬੰਦੇ ਨੂੰ ਕਿਹਾ, ਆਪਣੇ ਘਰ ਵਾਲੇ ਨੂੰ ਕਿਹਾ ਕਿ ਰਾਜਾ ਆਇਆ ਸੀ, ਉਹ ਕਹਿੰਦਾ ਸੀ ਆ ਜਿਓ, ਲੋੜ ਹੋਏਗੀ ਤੇ ਤੁਸੀਂ ਕਿਉਂ ਨਹੀਂ ਜਾਂਦੇ? ਉਹ ਮੰਨੇ ਨਾ। ਤੇ ਜਦੋਂ ਘਰ ਵਾਲੀ ਨੇ ਥੋੜ੍ਹਾ ਜਿਹਾ ਜ਼ੋਰ ਦਿੱਤਾ, ਵਾਰ-ਵਾਰ ਕਿਹਾ, ਤੇ ਉਹ ਚਲਿਆ ਗਿਆ ਜੀ, ਜਾਂਦਾ ਹੈ। ਜਦੋਂ ਮਹਿਲ ਦੇ ਬਾਹਰ ਪਹੁੰਚਦਾ ਹੈ, ਬਾਹਰ ਜਿਹੜਾ ਦਰਬਾਨ ਹੈ ਖੜਾ ਹੋਇਆ ਹੈ ਜੀ, ਗੇਟ ਕੀਪਰ ਕਹਿ ਲਈ, ਉੱਥੇ ਖਲੋਤਾ ਹੈ। ਉਹਨੂੰ ਉਹ ਪੇਪਰ ਦਿਖਾਇਆ ਤੇ ਉਹ ਮਹਿਲ ਦੇ ਅੰਦਰ ਲੈ ਕੇ ਚਲਾ ਗਿਆ।
ਉਸ ਟਾਈਮ ਤੇ ਰਾਜਾ ਜਿਹੜਾ ਹੈ ਉਹ ਅਰਦਾਸ ਕਰਦਾ ਪਿਆ ਸੀ, ਪ੍ਰੇ ਕਰਦਾ ਪਿਆ ਸੀ, ਤੇ ਉਹਨੇ ਸਿਪਾਹੀ ਨੇ ਕਿਹਾ ਕਿ ਤੁਸੀਂ ਇੱਥੇ ਬੈਠੋ, ਰਾਜਾ ਜੀ ਹੁਣੇ ਆਉਂਦੇ ਨੇ। ਤੇ ਉਹ ਮਹਿਲ ਦੇਖਣ ਲੱਗ ਪਿਆ ਜੀ, ਤੁਰ ਫਿਰ ਕੇ। ਫਸਟ ਟਾਈਮ ਉਹ ਮਹਿਲ ਦੇ ਵਿੱਚ ਆਇਆ ਸੀ, ਗਰੀਬ ਬੰਦਾ ਸੀ, ਹੈਰਾਨ ਰਹਿ ਗਿਆ ਦੇਖ ਕੇ ਇੰਨਾ ਕੁਛ। ਤੇ ਦੇਖਦਾ ਦੇਖਦਾ ਨਾ ਉਸ ਕਮਰੇ ਦੇ ਬਾਹਰ ਪਹੁੰਚ ਗਿਆ ਜਿਸ ਦੇ ਅੰਦਰ ਉਹ ਰਾਜਾ ਅਰਦਾਸ ਕਰਦਾ ਪਿਆ ਸੀ, ਭਜਨ ਬੰਦਗੀ ਕਰ ਲਈ ਕਹਿ ਲਈਏ ਕਿ ਕਰਦਾ ਪਿਆ ਸੀ। ਕੀ ਦੇਖਦਾ ਹੈ ਕਿ ਉਸ ਰਾਜੇ ਨੇ ਦੋਨੋਂ ਹੱਥ ਇਸ ਤਰ੍ਹਾਂ ਫੈਲਾਏ ਨੇ ਤੇ ਮੂੰਹ ਉੱਪਰ ਨੂੰ ਕਰਕੇ ਉਸ ਮਾਲਕ ਦੇ ਵੱਲ ਇਹ ਕਹਿ ਰਿਹਾ ਹੈ ਆਪਣੀ ਜ਼ੁਬਾਨ ਤੋਂ, ਕਹਿੰਦਾ ਮਾਲਕ ਤੂੰ ਰਹਿਮਤ ਕਰਕੇ ਬੜਾ ਕੁਝ ਦਿੱਤਾ ਹੈ, ਕਾਫੀ ਵੱਡਾ ਰਾਜ ਹੋ ਚੁੱਕਾ ਹੈ, ਤੇਰੀ ਰਹਿਮਤ ਹੋਵੇ ਤੇ ਜਿਹੜਾ ਮੇਰਾ ਨਾਲ ਦਾ ਇਲਾਕਾ ਹੈ ਨਾ, ਮੈਂ ਚਾਹੁੰਦਾ ਕਿ ਉਹ ਇਲਾਕਾ ਵੀ ਮੇਰੇ ਅੰਡਰ ਆ ਜਾਏ, ਉਹਦਾ ਕਬਜ਼ਾ ਵੀ ਮੇਰੇ ਕੋਲ ਆ ਜਾਏ, ਉਹ ਵੀ ਮੇਰੇ ਰਾਜ ਦੇ ਵਿੱਚ ਸ਼ਾਮਲ ਹੋ ਜਾਏ। ਜਦੋਂ ਇਹ ਗੱਲ ਉਸ ਬੰਦੇ ਨੇ ਜਿਹੜਾ ਬਾਹਰ ਖਲੋਤਾ ਹੈ ਮੰਗਣ ਵਾਸਤੇ ਆਇਆ, ਉਹਨੇ ਸੁਣੀ ਤੇ ਉਹ ਕੁਝ ਬੋਲਿਆ ਬਿਨਾਂ ਰਾਜੇ ਨੂੰ ਮਿਲਿਆ ਉਹਦੇ ਮਹਿਲ ਦੇ ਵਿੱਚੋਂ ਵਾਪਸ ਚਲਾ ਗਿਆ ਜੀ। ਵਾਪਸ ਪਹੁੰਚਿਆ ਆਪਣੇ ਘਰ, ਘਰ ਦੀ ਨੂੰ ਪੁੱਛਿਆ ਕਿ ਹਾਂ ਰਾਜੇ ਨੇ ਤੁਹਾਡੀ ਮਦਦ ਕੀਤੀ ਹੋਏਗੀ ਜ਼ਰੂਰ। ਤੇ ਘਰ ਵਾਲੀ ਨੂੰ ਉਹਨੇ ਬੜਾ ਪਿਆਰਾ ਜਵਾਬ ਦਿੱਤਾ, ਕਹਿਣ ਲੱਗਾ ਠੀਕ ਆ, ਅਸੀਂ ਗਰੀਬ ਹਾਂ ਤੇ ਇਸ ਆਸ ਦੇ ਨਾਲ ਰਾਜੇ ਕੋਲ ਗਏ ਸਾਂ ਮੰਗਣ ਵਾਸਤੇ ਕਿ ਉਹਦੇ ਕੋਲੋਂ ਸਾਡੀ ਲੋੜ ਪੂਰੀ ਹੋਏਗੀ। ਪਰ ਉਹਨੇ ਬੜਾ ਪਿਆਰਾ ਲਫ਼ਜ਼ ਯੂਜ਼ ਕੀਤਾ, ਕਹਿਣ ਲੱਗਾ ਭਲੀਏ ਲੋਕੇ, ਇੱਕ ਮੰਗਤੇ ਦੇ ਕੋਲੋਂ ਮੰਗਣ ਦਾ ਕੀ ਫਾਇਦਾ, ਇੱਕ ਮੰਗਤੇ ਦੇ ਕੋਲੋਂ ਮੰਗਣ ਦਾ ਕੀ ਫਾਇਦਾ। ਕਹਿੰਦੀ ਮੈਂ ਗੱਲ ਸਮਝੀ ਨਹੀਂ। ਫਿਰ ਸਮਝਾਉਂਦਾ, ਕਹਿੰਦਾ ਮੈਂ ਦੇਖਿਆ ਉਹ ਆਪ ਮੰਗਦਾ ਪਿਆ ਸੀ, ਉਹ ਤੇ ਆਪ ਵੱਡਾ ਹੈ, ਫਰਕ ਸਿਰਫ ਇੰਨਾ ਕਿ ਮੈਂ ਇੱਕ ਛੋਟਾ ਮੰਗਤਾ ਬਣ ਕੇ ਗਿਆ ਸੀ, ਉਹ ਵੱਡਾ ਹੈ। ਤੇ ਜਿਸ ਦੇ ਪਾਸੋਂ ਉਹ ਮੰਗ ਰਿਹਾ ਹੈ, ਜਿਸ ਦੇ ਪਾਸੋਂ ਉਸ ਨੂੰ ਦਾਤਾਂ ਮਿਲਦੀਆਂ ਪਈਆਂ ਨੇ, ਤੇ ਜੇਕਰ ਆਪਾਂ ਵੀ ਉਹਦੇ ਕੋਲੋਂ ਡਾਇਰੈਕਟ ਮੰਗੀਏ ਤੇ ਕੀ ਉਹ ਸਾਨੂੰ ਨਹੀਂ ਦੇਏਗਾ? ਦੇਏਗਾ, ਜ਼ਰੂਰ ਦੇਏਗਾ। ਸੋ ਇਸੇ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਭਿਖਾਰੀ ਹੈ। ਮੰਗ ਛੋਟੀ ਵੱਡੀ ਹੋ ਸਕਦੀ ਹੈ ਪਰ ਹੈ ਭਿਖਾਰੀ। ਸਟੇਟਸ ਚੇਂਜ ਹੋ ਸਕਦਾ ਹੈ, ਅਲੱਗ ਅਲੱਗ ਹੋ ਸਕਦਾ ਹੈ। ਕਿਸੇ ਨੇ ਬੜੇ ਖੂਬਸੂਰਤ ਕੱਪੜੇ ਪਾਏ ਨੇ, ਦੇਖ ਕੇ ਆਪਾਂ ਕਹਾਂਗੇ ਬੜਾ ਅਮੀਰ ਹੈ, ਪਰ ਉਹਨਾਂ ਖੂਬਸੂਰਤ ਕੱਪੜਿਆਂ ਦੇ ਵਿੱਚ, ਮਹਿੰਗੇ ਕੱਪੜਿਆਂ ਦੇ ਵਿੱਚ ਵੀ ਇੱਕ ਭਿਖਾਰੀ ਜਿਹੜਾ ਹੈ ਉਹ ਛੁਪਿਆ ਬੈਠਾ ਹੈ। ਸਾਧ ਸੰਗਤ, ਭਿਖਾਰੀ ਦੀ ਵੀ ਇੱਕ ਖਾਸੀਅਤ ਹੈ। ਵੈਸੇ ਜਿਹੜੇ ਆਪਾਂ ਸੜਕਾਂ ਤੇ ਦੇਖਦੇ ਨੇ, ਇੰਡੀਆ ਦੀ ਧਰਤੀ ਤੇ ਤੁਸੀਂ ਜਾਂਦੇ ਹੋਵੋਗੇ, ਉੱਥੇ ਦੇਖੋ ਸੜਕ ਤੇ ਖਲੋਤੇ ਭਿਖਾਰੀ ਮੰਗਦੇ ਨੇ। ਤੁਸੀਂ ਕਾਰ ਖਿਲਾਰੀ ਹੈ, ਰੋਡ ਦੇ ਉੱਤੇ ਰੋਕੀ ਹੈ, ਉਹ ਤੁਹਾਡਾ ਮਿਰਰ ਜਿਹੜਾ ਹੈ ਨਾ ਜੀ, ਵਿੰਡੋ, ਉਹਦੇ ਨੌਕ ਕਰਕੇ ਤੁਹਾਡੇ ਕੋਲ ਮੰਗਣਗੇ। ਪਰ ਕਿਤੇ ਨੋਟ ਕਰਿਓ, ਭਿਖਾਰੀ ਬਣਨ ਵਾਸਤੇ ਵੀ ਕੁਝ ਗੁਣਾਂ ਦੀ ਜ਼ਰੂਰਤ ਹੈ। ਭਿਖਾਰੀ ਐਵੇਂ ਨਹੀਂ ਜੇ ਬਣਿਆ ਜਾਂਦਾ। ਭਿਖਾਰੀ ਬਣਨ ਦੇ ਵਾਸਤੇ ਸਭ ਤੋਂ ਵੱਡੀ ਗੱਲ ਹੈ ਕਿ ਬੰਦੇ ਨੂੰ ਆਪਣਾ ਆਪ ਮਾਰਨਾ ਪੈਂਦਾ ਜੀ। ਜਦੋਂ ਤੱਕ ਉਹ ਆਪਣਾ ਆਪ ਨਹੀਂ ਨਾ ਮਾਰਦਾ, ਉਦੋਂ ਤੱਕ ਉਹ ਕਿਸੇ ਦੇ ਕੋਲ ਮੰਗ ਨਹੀਂ ਜੇ ਸਕਦਾ। ਤੇ ਜੇ ਇਹ ਗੁਣ ਉਸ ਭਿਖਾਰੀ ਦੇ ਕੋਲੋਂ ਆਪਾਂ ਅਡਾਪਟ ਕਰ ਲਈਏ ਕਿ ਆਪਣੇ ਆਪ ਨੂੰ ਮਾਰਨਾ ਪਏਗਾ। ਹੁਣ ਦੇਖੋ, ਮੈਂ ਇੱਥੇ ਛੋਟੀ ਜਿਹੀ ਇੱਕ ਐਗਜ਼ਾਮਪਲ ਹਿਸਟਰੀ ਦੇ ਵਿੱਚੋਂ, ਇਹ ਜਿਹੜਾ ਮਾਘ ਮਹੀਨਾ ਚੱਲਦਾ ਪਿਆ ਹੈ ਨਾ, ਤੇ ਜਿਹੜਾ ਮਾਘੀ ਦਾ ਦਿਨ ਸਾਰਿਆਂ ਨੂੰ ਪਤਾ ਹੈ, ਉਸ ਦਿਨ ਦਾ ਸਿੱਖ ਇਤਿਹਾਸ ਦੇ ਵਿੱਚ ਖਾਸ ਸਥਾਨ ਵੀ ਹੈ। ਖਿਦਰਾਣੇ ਦੀ ਢਾਬ, ਜਿਹੜਾ ਅੱਜ ਕੱਲ੍ਹ ਨਾਮ ਹੈ ਜੀ ਮੁਕਤਸਰ ਸਾਹਿਬ, ਉਸ ਸਥਾਨ ਦਾ ਨਾਮ ਮੁਕਤਸਰ ਐਵੇਂ ਨਹੀਂ ਪੈ ਗਿਆ। ਉਹਨੂੰ ਕਿਸੇ ਟਾਈਮ ਤੇ ਖਿਦਰਾਣੇ ਦੀ ਢਾਬ ਕਿਹਾ ਜਾਂਦਾ ਸੀ, ਪਰ ਹੁਣ ਉਹਦਾ ਨਾਂ ਜਿਹੜਾ ਹੈ ਉਹ ਮੁਕਤਸਰ ਹੈ। ਉਹਦਾ ਨਾਂ ਐਵੇਂ ਨਹੀਂ ਪੈ ਗਿਆ। ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਡਲੇ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਗੁਰੂ ਵਾਸਤੇ। ਤੇ ਜਦੋਂ ਉਹ ਜੰਗ ਹੋਈ, ਜੰਗ ਤੋਂ ਬਾਅਦ ਸਤਿਗੁਰੂ ਜੀ ਉੱਥੇ ਮੈਦਾਨ ਦੇ ਵਿੱਚ ਆਉਂਦੇ ਨੇ, ਸਿੰਘ ਦੇਖਦੇ ਨੇ ਸ਼ਹੀਦ ਹੋਏ ਪਏ ਨੇ ਜੀ ਸਾਰੇ ਤਕਰੀਬਨ, ਤੇ ਉਹਨਾਂ ਨੂੰ ਉਪਾਧੀਆਂ ਦਿੰਦੇ ਪਏ ਨੇ, ਕਿਸੇ ਨੂੰ 5000, ਕਿਸੇ ਨੂੰ 10,000, ਕਿਸੇ ਨੂੰ 15,000, ਇਹ ਉਪਾਧੀਆਂ ਦੇ ਰਹੇ ਨੇ ਉਹਨਾਂ ਨੂੰ। ਤੇ ਸਤਿਗੁਰੂ ਜੀ ਇੱਕ ਸਿੰਘ ਦੇ ਕੋਲ ਪਹੁੰਚਦੇ ਨੇ ਜੀ, ਭਾਈ ਮਹਾ ਸਿੰਘ, ਉਹਦੇ ਸਾਹ ਚੱਲਦੇ ਪਏ ਨੇ। ਹੁਣ ਦੇਖੋ, ਸਾਹ ਚੱਲਦੇ ਪਏ ਨੇ, ਸਤਿਗੁਰੂ ਜੀ ਇਹਦੇ ਕੋਲ ਬੈਠੇ, ਉਹਦਾ ਸੀਸ, ਉਹਨਾਂ ਦਾ ਸਿਰ ਆਪਣੀ ਗੋਦ ਦੇ ਵਿੱਚ ਰੱਖਿਆ। ਗੋਦ ਦੇ ਵਿੱਚ ਰੱਖ ਕੇ ਆਪਣੇ ਕਮਰ ਕੱਸੇ ਦੇ ਨਾਲ ਭਾਈ ਮਹਾ ਸਿੰਘ ਜੀ ਦਾ ਮੁਖ ਸਾਫ਼ ਕੀਤਾ, ਕਿਉਂਕਿ ਖੂਨ ਦੇ ਨਾਲ ਲਿਬੜਿਆ ਪਿਆ ਜੀ। ਹੁਣ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਲੜਾਂਗੇ, ਖੂਨ ਤੇ ਸਰੀਰ ਲਿਬੜੇਗਾ ਜੀ, ਖੂਨ ਦੇ ਨਾਲ ਮੂੰਹ ਲਿਬੜਿਆ ਪਿਆ ਹੈ। ਆਪਣੇ ਕਮਰ ਕੱਸੇ ਦੇ ਨਾਲ ਸਤਿਗੁਰਾਂ ਨੇ ਉਹਨੂੰ ਸਾਫ਼ ਕੀਤਾ ਹੈ, ਤੇ ਨਾਲ ਆਪਣੇ ਮੁਖ ਤੋਂ ਮੁਬਾਰਕ ਰਸਨਾ ਤੋਂ ਭਾਈ ਮਹਾ ਸਿੰਘ ਨੂੰ ਕਿਹਾ, ਪਤਾ ਕੀ ਕਿਹਾ? ਕਹਿਣ ਲੱਗੇ, ਮਹਾ ਸਿੰਘ ਮੰਗ। ਹੁਣ ਇਹਦਾ ਮਤਲਬ ਇਹ ਹੋ ਗਿਆ, ਭਾਈ ਮਹਾ ਸਿੰਘ ਨੇ ਆਪਣਾ ਆਪ ਗੁਰੂ ਤੋਂ ਕੁਰਬਾਨ ਕੀਤਾ ਹੈ ਤੇ ਮੰਗਿਆ ਕੁਝ ਨਹੀਂ। ਗੁਰੂ ਆਪ ਆਣ ਕੇ ਕਹਿ ਰਿਹਾ ਹੈ ਭਾਈ ਮਹਾ ਸਿੰਘ ਦੇ ਕੋਲ, ਭਾਈ ਮਹਾ ਸਿੰਘ ਕੁਝ ਮੰਗ। ਹੁਣ ਇੱਥੇ ਦੋ ਗੱਲਾਂ ਨੋਟ ਕਰਿਓ ਸਾਧ ਸੰਗਤ। ਇੱਕ ਤਾਂ ਗੁਰੂ ਦੇ ਉੱਤੋਂ ਆਪਣੇ ਆਪ ਨੂੰ ਕੁਰਬਾਨ
ਕਰਾਂਗੇ ਤੇ ਫਿਰ ਆਪ ਮੰਗਣ ਦੀ ਲੋੜ ਨਹੀਂ ਪਏਗੀ, ਗੁਰੂ ਕਹੇਗਾ ਤੂੰ ਮੰਗ। ਦੂਜੀ ਗੱਲ ਸਾਧ ਸੰਗਤ ਇਹ ਹੈ ਕਿ ਜਿਹੜੀ ਭਾਈ ਮਹਾਂ ਸਿੰਘ ਨੇ ਮੰਗ ਮੰਗੀ ਨਾ, ਉਹ ਮੰਗਣ ਦੀ ਜਾਚ ਕਿਤੇ ਸਾਨੂੰ ਆ ਜਾਏ। ਗੁਰੂ ਕਹਿ ਰਿਹਾ ਤੂੰ ਮੰਗ, ਤੇ ਜੇ ਕਿਤੇ ਸਾਡੇ ਵਰਗਾ ਹੁੰਦਾ ਤੇ ਕਹਿੰਦਾ ਸਤਿਗੁਰੂ ਜੀ ਕਿਰਪਾ ਕਰੋ, ਜੇ ਕਿਰਪਾ ਦੇ ਘਰ ਚ ਆਏ ਹੋ ਤੇ ਮੇਰਾ ਪਰਿਵਾਰ ਸੁਖੀ ਹੋ ਜਾਏ, ਮੇਰੇ ਬੱਚੇ ਸੈਟਲ ਹੋ ਜਾਣ, ਵੈਲ ਸੈਟਲ ਹੋ ਜਾਣ, ਮੇਰਾ ਕਾਰੋਬਾਰ ਚੱਲ ਪਏ। ਪਰ ਨਹੀਂ, ਭਾਈ ਮਹਾਂ ਸਿੰਘ ਨੇ ਇਹ ਮੰਗ ਨਹੀਂ ਮੰਗੀ। ਭਾਈ ਮਹਾਂ ਸਿੰਘ ਨੇ ਕਿਹਾ ਮਾਲਕ ਜੇ ਤਰੁੱਠੇ ਹੋ ਤੇ ਟੁੱਟੀ ਗੰਢ ਲਓ। ਟੁੱਟੀ ਗੰਢ ਲਓ ਮਤਲਬ ਸਮਝਦੇ ਹੋਵੋਗੇ, ਜਿਹੜੀ ਤੁਹਾਡੇ ਨਾਲੋਂ ਕਿਤੇ ਸਾਡੀਆਂ ਗਲਤੀਆਂ ਕਰਕੇ ਟੁੱਟ ਗਈ, ਅਸੀਂ ਤੁਹਾਡੇ ਨਾਲੋਂ ਆਪਣਾ ਨਾਤਾ ਤੋੜ ਲਿਆ, ਜੇ ਕਿਰਪਾ ਦੇ ਘਰ ਦੇ ਵਿੱਚ ਆਏ ਹੋ ਤੇ ਉਸ ਟੁੱਟੀ ਨੂੰ ਗੰਢ ਲਓ। ਤੇ ਸਾਧ ਸੰਗਤ ਗੁਰੂ ਗੰਢਦਾ ਜੇ, ਫਿਰ ਗੁਰੂ ਬਸ ਮੰਗਣ ਦੀ ਜਾਚ ਆ ਜਾਏ। ਜਿੱਦਣ ਮੰਗਣ ਦੀ ਜਾਚ ਆ ਗਈ, ਜਾਂ ਜਿਸ ਦਿਨ ਆਪਣਾ ਆਪ ਆਪਾਂ ਗੁਰੂ ਨੂੰ ਸਰੈਂਡਰ ਕਰ ਦਿੱਤਾ ਨਾ, ਫਿਰ ਤੂੰ ਜ਼ੁਬਾਨ ਤੋਂ ਕੁਝ ਨਾ ਬੋਲੀ, ਗੁਰੂ ਤੇਰੀ ਝੋਲੀ ਦੇ ਵਿੱਚ ਦਾਤ ਪਾਏਗਾ। ਪਰ ਜਦੋਂ ਤੱਕ ਗੁਰੂ ਦੇ ਅੱਗੇ ਆਪਾਂ ਆਪ ਨਹੀਂ ਸਮਰਪਿਤ ਕਰਦੇ ਸਾਧ ਸੰਗਤ, ਉਦੋਂ ਤੱਕ ਸਾਡੀਆਂ ਮੰਗਾਂ ਵੀ ਡਿਫਰੈਂਟ ਰਹਿਣਗੀਆਂ, ਥੋੜ੍ਹੀਆਂ ਜਿਹੀਆਂ ਦੁਨਿਆਵੀ ਮੰਗਾਂ, ਸੰਸਾਰਕ ਮੰਗਾਂ ਮੰਗਾਂਗੇ। ਪਰ ਜਿਸ ਦਿਨ ਆਪਣਾ ਆਪ ਸਮਰਪਿਤ ਕਰ ਦਿੱਤਾ ਨਾ ਗੁਰੂ ਨੂੰ, ਉਹ ਦਿਨ ਸੰਸਾਰੀ ਮੰਗਾਂ ਸਾਰੀਆਂ ਹੀ ਖਤਮ ਹੋ ਜਾਣੀਆਂ ਨੇ। ਇੱਕ ਹੀ ਮੰਗ ਜ਼ੁਬਾਨ ਤੇ ਰਹੇਗੀ। ਉਹ ਮੰਗ ਪਤਾ ਕੀ ਰਹੇਗੀ ਕਿ ਮਾਲਕ, ਜਿਹੜਾ ਬਚਨ ਆਪਾਂ ਪੜ੍ਹਦੇ, ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਕਿਹਾ ਜੀ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਆ ਮੰਗ ਰਹੇਗੀ। ਉਸ ਦਿਨ ਮੈਂ ਸਮਝ ਜਾਵਾਂਗਾ ਕਿ ਮੈਂ ਭਿਖਾਰੀ ਹਾਂ ਗੁਰੂ ਦੇ ਦਰ ਦਾ। ਪ੍ਰਭ ਦਾਤਾ ਮੋਹਿ ਦੀਨ ਭਿਖਾਰੀ, ਤੁਮ ਸਦਾ ਸਦਾ ਉਪਕਾਰੇ। ਹੇ ਮਾਲਕ ਤੂੰ ਦਾਤਾ ਹੈ ਤੇ ਮੈਂ ਤੇਰੇ ਦਰ ਦਾ ਭਿਖਾਰੀ ਹਾਂ, ਤੂੰ ਸਦਾ ਹੀ ਉਪਕਾਰ ਕਰਨ ਵਾਲਾ ਹੈ। ਸਾਧ ਸੰਗਤ ਖਿਆਲ ਕਰਿਓ, ਬਾਬਾ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ, ਗੁਰੂ ਬਣਨ ਤੋਂ ਪਹਿਲਾਂ, ਆਪਾਂ ਉਹਨਾਂ ਨੂੰ ਬਾਬਾ ਅਮਰਦਾਸ ਜੀ ਕਹਿ ਕੇ ਸਤਿਕਾਰਦੇ ਹਾਂ। ਤੇ ਉਹ ਗੰਗਾ ਦਰਸ਼ਨਾਂ ਵਾਸਤੇ ਤੀਰਥ ਯਾਤਰਾ ਤੇ ਜਾਇਆ ਕਰਦੇ ਸੀ ਜੀ ਬਾਬਾ ਅਮਰਦਾਸ ਜੀ। ਕੀ ਘਟਨਾ ਹੁੰਦੀ ਹੈ ਕਿ ਜਦੋਂ ਯਾਤਰਾ ਕਰਕੇ ਵਾਪਸ ਆਉਂਦੇ ਪਏ ਨੇ, ਇੱਕ ਆਸ਼ਰਮ ਦੇ ਵਿੱਚ ਰੁਕਦੇ ਨੇ ਥੋੜਾ ਆਰਾਮ ਕਰਨ ਵਾਸਤੇ। ਉੱਥੇ ਰੁਕੇ ਤੇ ਉੱਥੇ ਇੱਕ ਪੰਡਿਤ ਦੇ ਨਾਲ ਮੇਲ ਹੁੰਦਾ ਹੈ ਬਾਬਾ ਅਮਰਦਾਸ ਜੀ ਦਾ। ਉਸ ਪੰਡਿਤ ਦਾ ਨਾਮ ਇਤਿਹਾਸ ਦੇ ਵਿੱਚ ਦੁਰਗਾ ਦਾਸ ਕਰਕੇ ਮਿਲਦਾ ਹੈ। ਉਹਦੇ ਨਾਲ ਮੇਲ ਹੋਇਆ ਤੇ ਉਸ ਪੰਡਿਤ ਦੁਰਗਾ ਦਾਸ ਨੇ ਬਾਬਾ ਅਮਰਦਾਸ ਜੀ ਨੂੰ ਕਿਹਾ, ਉਮਰ ਤਕਰੀਬਨ ਬਾਬਾ ਅਮਰਦਾਸ ਜੀ ਦੀ 60+ ਹੋ ਚੁੱਕੀ ਹੈ ਜੀ। ਬਾਬਾ ਅਮਰਦਾਸ ਜੀ ਨੂੰ ਉਹ ਪੰਡਿਤ ਕਹਿੰਦਾ ਹੈ, ਕਹਿੰਦਾ ਮੇਰੀ ਵਿਦਿਆ ਕਹਿੰਦੀ ਹੈ ਕਿ ਤੁਸੀਂ ਇੱਕ ਜਾਂ ਤਾਂ ਚੱਕਰਵਰਤੀ ਰਾਜੇ ਬਣੋਗੇ, ਤੁਹਾਡਾ ਨਾਮ ਹੋਏਗਾ ਦੁਨੀਆ ਦੇ ਵਿੱਚ, ਤੁਸੀਂ ਰਾਜੇ ਬਣ ਸਕਦੇ ਹੋ। ਮੈਂ ਦੇਖਦਾ ਪਿਆ, ਜੋ ਮੈਨੂੰ ਮਹਿਸੂਸ ਹੁੰਦਾ ਪਿਆ ਹੈ ਉਹਦੇ ਅਕੋਰਡਿੰਗਲੀ ਤੁਸੀਂ ਬੜੇ ਵੱਡੇ ਇਨਸਾਨ ਬਣੋਗੇ, ਰਾਜੇ ਬਣ ਸਕਦੇ ਹੋ। ਤੇ ਬਾਬਾ ਅਮਰਦਾਸ ਜੀ ਨੇ ਮੁਸਕਰਾ ਕੇ ਕਿਹਾ, ਕਹਿਣ ਲੱਗਾ, ਬਾਬਾ ਜੀ ਕਹਿਣ ਲੱਗੇ, ਕਹਿੰਦੇ 60 ਸਾਲ ਤੋਂ ਮੇਰੀ ਉਮਰ ਟੱਪ ਚੁੱਕੀ ਹੈ ਤੇ ਹੁਣ ਨਹੀਂ ਹੋ ਸਕਦਾ। ਤੇ ਉਹ ਪੰਡਿਤ ਨੇ ਫਿਰ ਕਿਹਾ, ਕਹਿਣ ਲੱਗਾ ਹੋਏਗਾ ਜ਼ਰੂਰ, ਪਰ ਯਾਦ ਰੱਖੋ ਜਦੋਂ ਤੁਹਾਨੂੰ ਕੋਈ ਦਾਤ ਮਿਲੇ ਤੇ ਮੇਰਾ ਚੇਤਾ ਨਾ ਭੁਲਾਉਣਾ। ਬਾਬਾ ਅਮਰਦਾਸ ਜੀ ਕਿਉਂਕਿ ਉਹਦੇ ਆਸ਼ਰਮ ਚ ਰੁਕੇ ਸੀ ਤੇ ਜਾਣ ਲੱਗੇ ਤੇ ਕਹਿੰਦੇ ਕੁਝ ਮੈਂ ਸੇਵਾ ਕਰਾਂ। ਕਹਿਣ ਲੱਗੇ ਬਸ ਇੱਕ ਬੇਨਤੀ ਕਿ ਜਦੋਂ ਤੁਸੀਂ ਕੁਝ ਬਣ ਜਾਓ, ਤੁਹਾਨੂੰ ਦਾਤ ਉਸ ਮਾਲਕ ਦੇ ਘਰੋਂ ਮਿਲੇ, ਮੇਰਾ ਚੇਤਾ ਨਾ ਭੁਲਾਉਣਾ, ਮੈਂ ਉਸ ਟਾਈਮ ਤੇ ਮੰਗਾਂਗਾ। ਤੇ ਉਹ ਟਾਈਮ ਆਇਆ, ਉਹ ਸਮਾਂ ਆਇਆ ਜਦੋਂ ਗੁਰੂ ਅਮਰਦਾਸ ਜੀ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ, ਪ੍ਰਚਾਰ ਦੌਰੇ ਤੇ ਜਾਂਦੇ ਨੇ ਜੀ, ਪ੍ਰਚਾਰ ਕਰਨ ਵਾਸਤੇ ਜਾਂਦੇ ਨੇ ਹਰਿਦੁਆਰ ਵੱਲ। ਉੱਥੋਂ ਵਾਪਸ ਆਉਂਦੇ ਆ, ਉਸੇ ਹੀ ਪੰਡਿਤ ਦੁਰਗਾ ਦੇ ਨਾਲ ਸਤਿਗੁਰੂ ਜੀ ਦਾ ਮੇਲ ਹੁੰਦਾ ਹੈ। 8 ਦਿਨ ਸਤਿਗੁਰੂ ਜੀ ਹਰਿਦੁਆਰ ਰੁਕਦੇ ਨੇ ਤੇ ਉੱਥੋਂ ਜਦੋਂ ਵਾਪਸ ਆਉਣ ਲੱਗੇ ਤੇ ਪੰਡਿਤ ਦੁਰਗਾ ਦੇ ਨਾਲ ਗੁਰੂ ਸਾਹਿਬ ਦਾ ਮੇਲ ਹੋਇਆ। ਤੇ ਉਹ ਜਦੋਂ ਸਾਹਮਣੇ ਆਉਂਦਾ ਹੈ ਗੁਰੂ ਸਾਹਿਬ ਦੇ, ਤੇ ਫਿਰ ਯਾਦ ਦਿਵਾਉਂਦਾ ਹੈ ਗੁਰੂ ਸਾਹਿਬ ਨੂੰ ਕਿ ਉਸ ਟਾਈਮ ਤੇ ਤੁਹਾਡੇ ਨਾਲ ਮੇਲ ਹੋਇਆ ਸੀ। ਤੇ ਹੁਣ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਪੰਡਿਤ ਜੀ ਜੋ ਮੰਗਣਾ ਹੈ ਮੰਗ ਸਕਦੇ ਹੋ। ਤੇ ਪੰਡਿਤ ਜੀ ਨੇ ਨਾ ਰੁਕੇ। ਯਾਦ ਰਹੇ ਸਾਧ ਸੰਗਤ, ਮੰਗਣ ਦੀ ਜਿਸ ਨੂੰ ਜਾਚ ਆ ਗਈ ਨਾ ਗੁਰੂ ਦੇ ਦਰ ਤੋਂ, ਉਹਦੀ ਝੋਲੀ ਕਦੇ ਵੀ ਖਾਲੀ ਨਹੀਂ ਜਾਂਦੀ, ਭਰੀ ਜਾਏਗੀ ਜਿਸ ਨੂੰ ਜਾਚ ਆ ਗਈ। ਉਹ ਪੰਡਿਤ ਦੁਰਗਾ ਜੀ ਕਹਿੰਦੇ ਸੋਚੀ ਪਏ ਕੁਝ ਪਲ ਵਾਸਤੇ। ਉਹਨਾਂ ਨੇ ਸੋਚਿਆ ਤੇ ਭਾਈ ਸੰਤੋਖ ਸਿੰਘ ਜੀ, ਉਹਨਾਂ ਦਾ ਗ੍ਰੰਥ ਹੈ ਜੀ ਸੂਰਜ ਪ੍ਰਕਾਸ਼, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ। ਉਹ ਕੀ ਕਹਿੰਦੇ ਨੇ, ਕਹਿੰਦੇ ਜੇ ਧਨ ਦੇ, ਜੇ ਨਾਮ ਦੇ ਧਨ ਦੇ ਨਾ ਜਨ ਕੋ, ਧਨ ਵਿਹੀਨ ਜਨ ਜਗ ਨਾ ਬਿਹਾਏ। ਜੇ ਧਨ ਦੇ ਨਾਮ ਨਾ ਦੇਵੈ, ਨਾਮ ਬਿਨਾ ਜਨ ਜਮਪੁਰ ਜਾਏ।
ਤੋ ਪੈ ਕਹੀ ਨਹੀਂ ਬਣ ਆਵੈ, ਜਿਉ ਭਾਵੈ ਤਿਉ ਬਣਤ ਬਣਾਏ। ਗੁਰੂ ਅਮਰਦਾਸ ਤੇਜੋ ਕੋ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਉਹ ਪੰਡਤ ਜੀ ਨੇ ਕਿਹਾ, ਕਹਿਣ ਲੱਗੇ ਦਾਤਾ ਜੀ ਜੇ ਮੈਂ ਤੁਹਾਡੇ ਕੋਲੋਂ ਧਨ ਮੰਗ ਲਵਾਂ, ਮਾਇਆ ਮੰਗ ਲਵਾਂ, ਨਾਮ ਨਹੀਂ ਮਿਲਣਾ। ਹਾਂਜੀ, ਜੇ ਨਾਮ ਮੰਗ ਲਵਾਂ ਧਨ ਨਹੀਂ ਮਿਲਣਾ, ਤੇ ਜੇ ਨਾਮ ਮੰਗ ਲਿਆ ਧਨ ਨਾ ਹੋਇਆ ਤੇ ਸੰਸਾਰਿਕ ਜੀਵਨ ਕਿਵੇਂ ਬਤੀਤ ਕਰਾਂਗਾ? ਜੇ ਧਨ ਮੰਗ ਲਿਆ ਨਾਮ ਨਾ ਮੰਗਿਆ ਤੇ ਫਿਰ ਮੇਰਾ ਆਤਮਿਕ ਜੀਵਨ ਕਿਵੇਂ ਸੰਵਰੇਗਾ? ਤੇ ਉੱਥੇ ਫਿਰ ਹੱਥ ਜੋੜ ਕੇ ਪੰਡਤ ਜੀ ਨੇ ਕਿਹਾ, ਕਹਿਣ ਲੱਗੇ ਤੋ ਪੈ ਕਹੀ ਨਹੀਂ ਬਣ ਆਵੈ, ਜਿਉ ਭਾਵੈ ਤਿਉ ਬਣਤ ਬਣਾਏ। ਕਹਿੰਦੇ ਮਾਲਕ ਜੀ ਜਿਵੇਂ ਤੁਹਾਡੀ ਇੱਛਾ, ਜਿਵੇਂ ਤੁਹਾਡੀ ਰਜ਼ਾ ਉਵੇਂ ਹੀ। ਗੁਰੂ ਅਮਰਦਾਸ ਤੇਜੋ ਕੋ ਨੰਦਨ, ਤੇਜੋ ਕੋ ਨੰਦਨ ਦਾ ਮਤਲਬ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਨਾਮ ਬਾਬਾ ਤੇਜਭਾਣ ਜੀ। ਗੁਰੂ ਅਮਰਦਾਸ ਤੇਜੋ ਕੋ ਨੰਦਨ, ਨੰਦਨ ਦਾ ਮਤਲਬ ਪੁੱਤਰ, ਦੋਨੋਂ ਨਿਰਮਲ ਪੰਥ ਚਲਾਏ। ਜੇ ਕਿਰਪਾ ਦੇ ਘਰ ਦੇ ਵਿੱਚ ਆਏ ਤਾਂ ਦੋਵੇਂ ਹੀ ਦਾਤਾਂ ਝੋਲੀ ਚ ਪਾ ਦਿਓ। ਤੇ ਬਾਬਾ ਗੁਰੂ ਅਮਰਦਾਸ ਮਹਾਰਾਜ ਮੁਸਕਰਾਏ ਤੇ ਕਿਹਾ, ਕਹਿਣ ਲੱਗੇ ਪੰਡਤ ਜੀ ਜਦੋਂ ਤੱਕ ਤੁਹਾਡੇ ਸਵਾਸ ਨੇ ਉਦੋਂ ਤੱਕ ਧਨ ਦੀ ਜੀਵਨ ਚ ਕਮੀ ਕੋਈ ਨਹੀਂ ਆਏਗੀ, ਤੇ ਉਸ ਮਾਲਕ ਦੀ ਯਾਦ ਵਿੱਚ ਜੁੜੇ ਰਹਿਣਾ, ਨਾਮ ਦੇ ਨਾਲ ਭਰਪੂਰ ਰਹੋਗੇ। ਤੇ ਖਿਆਲ ਕਰਿਓ ਇੱਥੇ ਇੱਕ ਗੱਲ ਬੜੀ ਪਿਆਰੀ ਸਮਝਾ ਦਿੱਤੀ ਸਤਿਗੁਰਾਂ ਨੇ। ਇਹ ਜਿਹੜੀ ਗੱਲ ਕਹੀ ਹੈ ਨਾ ਕਿ ਧਨ ਦੀ ਕਮੀ ਕੋਈ ਨਹੀਂ ਆਏਗੀ, ਇਹਦਾ ਭਾਵ ਇਹ ਨਹੀਂ ਕਿ ਤੂੰ ਵਿਹਲਾ ਬੈਠਾ ਰਵੇਂਗਾ ਤੇ ਧਨ ਦੀ ਵਰਖਾ ਤੇਰੇ ਘਰ ਦੇ ਵਿੱਚ ਹੁੰਦੀ ਰਹੇਗੀ। ਇਹਦਾ ਭਾਵ ਸਾਧ ਸੰਗਤ ਇਹ ਹੈ ਕਿ ਹੱਥੀਂ ਕਿਰਤ ਕਰਦਾ ਰਹੇਗਾ ਤੇ ਧਨ ਦੀ ਕਮੀ ਜੀਵਨ ਦੇ ਵਿੱਚ ਕੋਈ ਨਹੀਂ ਆਏਗੀ। ਬੰਦਗੀ ਕਰੇਗਾ ਤੇ ਨਾਮ ਦੇ ਨਾਲ ਵੀ ਭਰਪੂਰ ਰਹੇਗਾ। ਤੇ ਸਾਧ ਸੰਗਤ ਜੇ ਐਸੀ ਹੀ ਮੰਗ ਗੁਰੂ ਦੇ ਪਾਸੋਂ ਮੰਗਣ ਦੀ ਸਾਨੂੰ ਜਾਚ ਆ ਜਾਏ ਨਾ, ਤੇ ਕਦੇ ਵੀ ਸਾਡੀ ਝੋਲੀ ਖਾਲੀ ਹੋ ਹੀ ਨਹੀਂ ਸਕਦੀ। ਇਹ ਬੇਨਤੀ ਕਰਦਿਆ ਕਰੀਏ ਨਾ ਸਤਿਗੁਰਾਂ ਦੇ ਸਾਹਮਣੇ ਆਣ ਕੇ, ਜਿਉਂ ਭਾਵੈ ਤਿਉਂ ਬਣਤ ਬਣੇ। ਮਾਲਕ ਜੀ ਜਿਵੇਂ ਤੁਹਾਡੀ ਰਜ਼ਾ। ਅਸੀਂ ਤੇ ਆਪਣੀਆਂ ਮੰਗਾਂ ਦੀ ਲਿਸਟ ਪੂਰੀ ਗੁਰੂ ਦੇ ਅੱਗੇ ਖੋਲ ਕੇ ਰੱਖ ਦਿੰਨੇ ਆ ਨਾ, ਤੇ ਇਹ ਕਹਿ ਦਿਆ ਕਰੀਏ ਹਾਂ ਸਤਿਗੁਰਾਂ ਦੇ ਅੱਗੇ ਕਿ ਸਤਿਗੁਰੂ ਜੀ ਜਿਵੇਂ ਤੁਹਾਡੀ ਰਜ਼ਾ। ਇਹ ਦੋ ਲਫ਼ਜ਼ ਯੂਜ਼ ਕਰਨ ਦੇ ਨਾਲ, ਇਹ ਦੋ ਲਫ਼ਜ਼ ਤੁਹਾਡੀ ਰਜ਼ਾ, ਤੁਹਾਡਾ ਹੁਕਮ, ਤੁਹਾਡਾ ਭਾਣਾ, ਜਿਵੇਂ ਤੁਸੀਂ ਚਾਹੋ, ਜੇ ਇਹ ਲਫ਼ਜ਼ ਆਪਾਂ ਆਪਣੀਆਂ ਮੰਗਾਂ ਦੀ ਜਗ੍ਹਾ ਦੇ ਉੱਤੇ ਯੂਜ਼ ਕਰਨਾ ਸਟਾਰਟ ਕਰ ਦਈਏ ਤੇ ਸਾਧ ਸੰਗਤ ਗੁਰੂ ਬੜਾ ਦਿਆਲੂ ਜੇ। ਗੁਰੂ ਨੂੰ ਪਤਾ ਹੈ ਸਭ ਕੁਛ, ਕਿਉਂਕਿ ਉਹ ਵਿਣ ਬੋਲਿਆ ਸਭ ਕੁਛ ਜਾਣਦਾ। ਉਹ ਸਭ ਕੁਝ ਜਾਣਦਾ। ਉਹਨੂੰ ਪਤਾ ਹੈ ਕਿ ਤੁਹਾਨੂੰ ਕਿਸ ਟਾਈਮ ਤੇ ਕੀ ਚਾਹੀਦਾ ਹੈ, ਉਹ ਦਏਗਾ ਜ਼ਰੂਰ, ਖਾਲੀ ਨਹੀਂ ਮੁੜੇਗਾ। ਪਰ ਸ਼ਰਤ ਇਹ ਹੈ ਕਿ ਸਾਨੂੰ ਮੰਗਣ ਦੀ ਵੀ ਕਿਤੇ ਜਾਂਚ ਹੋਣੀ ਚਾਹੀਦੀ ਹੈ। ਜੇ ਮੰਗਣ ਦੀ ਜਾਂਚ ਆ ਗਈ ਤੇ ਜੀਵਨ ਸਫਲ ਹੈ। ਤੇ ਜੇ ਕਈ ਵਾਰ ਆਪਾਂ ਸੰਸਾਰਿਕ ਮੰਗਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਤੇ ਖਿਮਾ ਕਰਨਾ ਸਾਧ ਸੰਗਤ ਝੋਲੀ ਖਾਲੀ ਰਹੇਗੀ। ਗੁਰੂ ਸਾਹਿਬ ਦਾ ਨਾ ਬੜਾ ਪਿਆਰਾ ਬਚਨ ਹੈ। ਮੈਂ ਭਿਖਾਰੀ ਦਾ ਜ਼ਿਕਰ ਕੀਤਾ ਸੀ ਨਾ ਇੰਡੀਆ ਦੇ, ਉਹਨਾਂ ਦੀ ਇੱਕ ਖਾਸੀਅਤ ਹੋਰ ਵੀ ਹੈ ਕਿ ਜਦੋਂ ਤੱਕ ਤੁਸੀਂ ਉਹਨਾਂ ਨੂੰ ਕੁਝ ਦੇ ਨਹੀਂ ਨਾ ਦਿੰਦੇ, ਤੁਹਾਡਾ ਪਿੱਛਾ ਨਹੀਂ ਜੇ ਛੱਡਦੇ। ਉਹ ਤੁਸੀਂ ਉਹਨੂੰ ਕਹੋਗੇ ਨਹੀਂ ਕੁਝ ਨਹੀਂ, ਉਹ ਫਿਰ ਤੁਹਾਡਾ ਪਿੱਛੋਂ ਆਣ ਕੇ ਕਮੀਜ਼ ਖਿੱਚੀ ਜਾਣਗੇ, ਤੁਹਾਨੂੰ ਹੱਥ ਮਾਰੀ ਜਾਣਗੇ। ਤੇ ਇਹਨਾਂ ਵਾਸਤੇ ਨਾ ਇੱਕ ਲਫ਼ਜ਼ ਯੂਜ਼ ਕੀਤਾ ਜਾਂਦਾ ਹੈ ਪੰਜਾਬੀ ਦੇ ਵਿੱਚ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਤਿਗੁਰਾਂ ਨੇ ਵੀ ਯੂਜ਼ ਕੀਤਾ ਹੈ। ਪਤਾ ਕੀ ਲਫ਼ਜ਼ ਹੈ? ਉਹ ਕਹਿੰਦੇ ਢੀਠ। ਕਹਿੰਦੇ ਬੜਾ ਢੀਠ ਹੈ, ਪਿੱਛਾ ਹੀ ਨਹੀਂ ਛੱਡਦਾ। ਸਤਿਗੁਰੂ ਜੀ ਕਹਿੰਦੇ ਇਹ ਢੀਠ ਵਾਲਾ ਗੁਣ ਉਸ ਭਿਖਾਰੀ ਦੇ ਕੋਲੋਂ ਤੂੰ ਵੀ ਲੈ ਲਾ। ਇਹ ਢੀਠ ਵਾਲਾ ਗੁਣ ਉਸ ਭਿਖਾਰੀ ਦੇ ਕੋਲੋਂ ਤੂੰ ਵੀ ਲੈ ਲਾ। ਕਿਵੇਂ ਜੀ? ਸਤਿਗੁਰੂ ਜੀ ਕਹਿੰਦੇ ਪਾਵੋਂ ਦਾਨ ਢੀਠ ਹੋਏ ਮੰਗੋ। ਮੈਂ ਸਤਿਗੁਰੂ ਜੀ ਤੁਹਾਡੇ ਦਰ ਤੇ ਆਣ ਕੇ ਮੈਂ ਬੈਠ ਗਿਆ, ਹੁਣ ਮੈਂ ਢੀਠ ਬਣ ਕੇ ਤੁਹਾਡੇ ਕੋਲੋਂ ਮੰਗਾਂਗਾ। ਮੰਗਣਾ ਕੀ? ਕੋਈ ਕਾਰ, ਕੋਈ ਘਰ, ਕੋਈ ਜ਼ਮੀਨ ਜਾਇਦਾਦ ਨਹੀਂ ਮੰਗਣੀ। ਪਾਵੋਂ ਦਾਨ ਢੀਠ ਹੋਏ ਮੰਗੋ, ਮੁਖ ਲਾਗੇ ਸੰਤਰੇ ਨਾਰੇ। ਸਤਸੰਗੀ ਜਨਾਂ ਦੀ ਚਿਹਰੇ ਦੇ ਉੱਤੇ, ਮੁਖ ਦੇ ਉੱਤੇ ਧੂੜ ਲੱਗ ਜਾਏ, ਉਹਨਾਂ ਦੀ ਸੇਵਾ ਕਰਨ ਦਾ ਅਵਸਰ ਮਿਲ ਜਾਏ। ਤੇ ਮੈਂ ਤੁਹਾਡੇ ਦਰ ਤੋਂ ਮੰਗਾਂ ਢੀਠ ਹੋ ਕੇ ਕਿ ਮੈਨੂੰ ਆਪਣੇ ਨਾਮ ਦੀ ਦਾਤ ਦੇ ਦਿਓ। ਤੇ ਜਿਹਨੇ ਇਹ ਢੀਠ ਹੋ ਕੇ ਦਾਤ ਮੰਗ ਲਈ ਨਾ, ਸਾਧ ਸੰਗਤ ਗੁਰੂ ਉਹਦੀ ਝੋਲੀ ਨਾਮ ਦੇ ਨਾਲ ਭਰ ਦਿੰਦਾ ਜੇ, ਬੰਦਗੀ ਦੇ ਨਾਲ ਭਰ ਦਿੰਦਾ ਜੇ। ਤੇ ਜਿਹਦੀ ਝੋਲੀ ਬੰਦਗੀ ਦੇ ਨਾਲ ਭਰੀ ਗਈ, ਉਹਦੇ ਜੀਵਨ ਦੇ ਵਿੱਚ ਕਮੀ ਕੋਈ ਨਹੀਂ ਜੇ ਆਉਂਦੀ। ਸੋ ਆਹ ਮੰਗ ਮੰਗੀਏ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀ। ਮਾਲਕ ਜੀ ਤੁਸੀਂ ਦਾਤਾਂ ਦੇਣ ਵਾਲੇ ਹੋ, ਤੁਹਾਡੇ ਵਿੱਚ ਕਮੀ ਕੋਈ ਨਹੀਂ, ਕਿਉਂਕਿ ਦੱਦਾ ਦਾਤਾ ਏਕ ਹੈ। ਹਾਂਜੀ, ਇੱਕੋ ਹੀ ਹੈ ਮਾਲਕ ਦਾਤਾਂ ਦੇਣ ਵਾਲਾ, ਤੇ ਉਹਦੇ ਭੰਡਾਰੇ ਜਿਹੜੇ ਨੇ ਨਾ ਭਰੇ ਪਏ ਨੇ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦਾ ਤੋਟ ਨਾ ਆਵਈ। ਅਗਣਤ ਭਰੇ ਭੰਡਾਰ। ਪਰ ਸ਼ਰਤ ਇਹ ਹੈ ਦਾਤਾਂ ਤੇ ਉਹ ਦੇ ਰਿਹਾ, ਦਿੰਦਾ ਦੇਈ ਜਾ ਰਿਹਾ ਦਾਤਾਂ। ਸਾਨੂੰ ਮੰਗਣ ਦੀ ਵੀ ਤੇ ਜਾਂਚ ਹੋਣੀ ਚਾਹੀਦੀ ਹੈ ਨਾ। ਇਹ ਡਿਪੈਂਡ ਕਰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਦਾਤ ਮੰਗਦੇ ਹਾਂ। ਤੇ ਜੇ ਮੰਗਣ ਦੀ ਸੱਚਮੁੱਚ ਜਾਂਚ ਆ ਗਈ ਸਾਧ ਸੰਗਤ, ਫਿਰ ਖਾਲੀ ਕਿਤੇ ਨਹੀਂ ਜਾਵਾਂਗੇ। ਗੁਰੂ ਕਿਰਪਾ ਕਰਕੇ ਸਾਡੀਆਂ ਝੋਲੀਆਂ ਜ਼ਰੂਰ ਭਰੇਗਾ। ਇਹੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਬਚਨ ਦੇ ਵਿੱਚ ਸਮਝਾਉਂਦੇ ਪਏ ਨੇ। ਜੱਜੈ ਜਾਣ ਮੰਗਤ ਜਨ ਜਾਚੈ, ਲੱਖ 84 ਭੀਖ ਭਵਿਆ, ਏਕੋ ਲੇਵੈ
ਏਕੋ ਦੇਵ ਹੈ, ਏਕੋ ਲੇਵ ਹੈ, ਏਕੋ ਦੇਵ ਹੈ ਦਾ ਮਤਲਬ ਹੈ ਪਰਮਾਤਮਾ ਸਾਰਿਆਂ ਦੇ ਅੰਦਰ ਵਸਦਾ ਪਿਆ ਹੈ ਜੀ। ਆਪ ਹੀ ਉਹ ਭਿਖਾਰੀ ਬਣ ਕੇ ਮੰਗਦਾ ਪਿਆ ਹੈ ਤੇ ਆਪ ਹੀ ਦਾਤਾ ਬਣ ਕੇ ਦਾਤਾਂ ਦਿੰਦਾ ਪਿਆ। ਏਕੋ ਲੇਵ ਹੈ, ਲੈਣ ਵਾਲਾ ਵੀ ਉਹ ਆਪ ਹੀ ਹੈ, ਦੇਣ ਵਾਲਾ ਵੀ ਆਪ ਹੀ ਹੈ। ਇੱਕ ਛੋਟੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਘਟਨਾ, ਕਹਿੰਦੇ ਕਿਸੇ ਸਿੱਖ ਨੇ, ਭਾਵਨਾ ਵਾਲੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਕ ਬੜੀ ਸੁੰਦਰ ਪੋਸ਼ਾਕ ਭੇਂਟ ਕੀਤੀ। ਏਕੋ ਲੇਵ ਹੈ, ਏਕੋ ਦੇਵ ਹੈ, ਯਾਦ ਰਹੇ। ਬੜੀ ਸੁੰਦਰ ਪੋਸ਼ਾਕ ਭੇਂਟ ਕੀਤੀ, ਕਾਸਟਿਊਮ ਭੇਂਟ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ। ਤੇ ਉੱਥੇ ਭਾਈ ਨੰਦ ਲਾਲ ਜੀ ਖੜੇ ਸੀ ਦਰਬਾਰ ਦੇ ਵਿੱਚ ਜੀ, ਤੇ ਸਤਿਗੁਰਾਂ ਨੇ ਉਹ ਪੋਸ਼ਾਕ ਜਿਹੜੀ ਹੈ ਨਾ ਭਾਈ ਨੰਦ ਲਾਲ ਜੀ ਨੂੰ ਭੇਂਟ ਕਰ ਦਿੱਤੀ, ਦੇ ਦਿੱਤੀ। ਉਹ ਸਿੱਖ ਦੇ ਮਨ ਦੇ, ਜਿਹਨੇ ਪਹਿਲਾਂ ਭੇਂਟ ਕੀਤੀ ਸੀ, ਉਹਦੇ ਮਨ ਦੇ ਵਿੱਚ ਆਇਆ ਕਿ ਮੈਂ ਸਤਿਗੁਰਾਂ ਵਾਸਤੇ ਲੈ ਕੇ ਆਇਆ ਸੀ, ਭਾਵਨਾ ਦੇ ਨਾਲ ਗੁਰੂ ਸਾਹਿਬ ਨੇ ਅੱਗੇ ਦੇ ਦਿੱਤੀ। ਕਹਿ ਨਾ ਸਕਿਆ ਕੁਝ ਵੀ, ਸ਼ਾਂਤ ਰਿਹਾ। ਸਤਿਗੁਰਾਂ ਨੇ ਭਾਈ ਨੰਦ ਲਾਲ ਨੂੰ ਦਿੱਤੀ ਤੇ ਭਾਈ ਨੰਦ ਲਾਲ ਜੀ ਉਹ ਭੇਂਟ ਲੈ ਕੇ, ਉਹ ਕਾਸਟਿਊਮ, ਉਹ ਜਿਹੜੀ ਪੋਸ਼ਾਕ ਹੈ ਲੈ ਕੇ ਬਾਹਰ ਨਿਕਲਦੇ ਨੇ। ਤੇ ਕੀ ਦੇਖਦੇ ਨੇ, ਇੱਕ ਗਰੀਬੜਾ ਜਿਹਾ ਸਿੱਖ, ਸਰਦੀ ਦਾ ਮੌਸਮ ਹੈ, ਗਰੀਬੜਾ ਜਿਹਾ ਸਿੱਖ, ਤਨ ਦੇ ਉੱਤੇ ਕੱਪੜੇ ਵੀ ਕੋਈ ਖਾਸ ਨਹੀਂ, ਕੰਬਦਾ ਪਿਆ ਜੀ ਠੰਡ ਦੇ ਨਾਲ। ਉਹਨੇ ਕੁਝ ਮੰਗਣ ਵਾਸਤੇ ਹੱਥ ਅੱਗੇ ਕੀਤੇ ਤੇ ਭਾਈ ਨੰਦ ਲਾਲ ਜੀ ਨੇ ਉਹ ਪੋਸ਼ਾਕ ਉਸ ਭਿਖਾਰੀ ਨੂੰ ਦੇ ਦਿੱਤੀ। ਸਿੱਖ ਨੇ ਦੇਖ ਲਿਆ, ਉਹਨੇ ਜਾ ਕੇ ਸਤਿਗੁਰਾਂ ਨੂੰ ਕਿਹਾ, ਕਹਿਣ ਲੱਗੇ ਪਾਤਸ਼ਾਹ ਜੀ, ਜਿਹੜੀ ਤੁਸੀਂ ਬਖਸ਼ਿਸ਼ ਭਾਈ ਨੰਦ ਲਾਲ ਨੂੰ ਦਿੱਤੀ, ਉਹਨਾਂ ਨੇ ਆਪਣੇ ਕੋਲ ਨਹੀਂ ਰੱਖੀ। ਕਿਉਂਕਿ ਜੇਕਰ ਰਾਜੇ ਮਹਾਰਾਜਿਆਂ ਦਾ ਟਾਈਮ ਵੀ ਦੇਖੀ ਨਾ ਸਾਧ ਸੰਗਤ, ਜਿਹੜਾ ਰਾਜਾ, ਕੋਈ ਬਾਦਸ਼ਾਹ ਕਿਸੇ ਨੂੰ ਕੋਈ ਦਾਤ ਦੇ ਦਿੰਦਾ ਸੀ ਨਾ, ਤੇ ਉਹ ਦਿੱਤੀ ਹੋਈ ਦਾਤ ਜਿਹੜੀ ਹੈ ਉਸ ਇਨਸਾਨ ਨੂੰ ਆਪ ਯੂਜ਼ ਕਰਨੀ ਪੈਂਦੀ ਸੀ, ਕਿਸੇ ਨੂੰ ਨਹੀਂ ਸੀ ਦੇ ਸਕਦਾ, ਆਪ ਹੀ ਉਹ ਆਪਣੇ ਕੋਲ ਰੱਖੇਗਾ। ਜਦੋਂ ਇਹ ਪੋਸ਼ਾਕ ਭਾਈ ਨੰਦ ਲਾਲ ਜੀ ਨੇ ਉਹਨੂੰ ਗਰੀਬ ਸਿੱਖ ਨੂੰ ਦੇ ਦਿੱਤੀ ਤੇ ਸ਼ਿਕਾਇਤ ਕੀਤੀ ਸਤਿਗੁਰੂ ਜੀ, ਉਹਨਾਂ ਨੇ ਤੇ ਅੱਗੇ ਦੇ ਦਿੱਤੀ। ਭਾਈ ਨੰਦ ਲਾਲ ਜੀ ਨੂੰ ਬੁਲਾਇਆ ਗਿਆ, ਭਾਈ ਨੰਦ ਲਾਲ ਜੀ ਪੋਸ਼ਾਕ, ਤੇ ਭਾਈ ਨੰਦ ਲਾਲ ਜੀ ਨੇ ਹੱਥ ਜੋੜੇ, ਏਕੋ ਲੇਵ ਹੈ, ਏਕੋ ਦੇਵ ਹੈ, ਹੱਥ ਜੋੜੇ, ਕਹਿਣ ਲੱਗੇ ਮਾਲਕ ਜੀ, ਇਸ ਭਰੇ ਦਰਬਾਰ ਦੇ ਵਿੱਚ ਤੁਸੀਂ ਬੁਲਾ ਕੇ ਆਪ ਹੀ ਉਹ ਦਾਤ ਮੈਨੂੰ ਦਿੱਤੀ। ਜਦੋਂ ਲੈ ਕੇ ਮੈਂ ਬਾਹਰ ਨਿਕਲਿਆ, ਆਪ ਹੀ ਤੁਸੀਂ ਉਸ ਗਰੀਬ ਦੇ ਰੂਪ ਦੇ ਵਿੱਚ ਆਣ ਕੇ ਮੇਰੇ ਕੋਲੋਂ ਉਹ ਦਾਤ ਮੰਗ ਲਈ। ਇੱਥੇ ਆਪ ਹੀ ਦਿੱਤੀ ਤੇ ਬਾਹਰ ਜਾ ਕੇ ਆਪ ਹੀ ਤੁਸੀਂ ਲੈ ਲਈ। ਆਪ ਹੀ ਦੇਣ ਵਾਲੇ ਤੇ ਆਪ ਹੀ ਲੈਣ ਵਾਲੇ, ਜਿਵੇਂ ਤੁਹਾਡਾ ਹੁਕਮ ਸੀ ਮੈਂ ਉਸੇ ਤਰ੍ਹਾਂ ਕਰ ਦਿੱਤਾ। ਏਕੋ ਲੇਵ ਹੈ, ਏਕੋ ਦੇਵ ਹੈ, ਅਵਰ ਨਾ ਦੂਜਾ ਮੈਂ ਸੁਣਿਆ। ਕਹਿਣ ਲੱਗੇ ਮੈਂ ਐਸਾ ਮਾਲਕ ਦੁਨੀਆ ਦੇ ਵਿੱਚ ਦੂਜਾ ਹੋਰ ਕੋਈ ਨਹੀਂ ਜੇ ਸੁਣਿਆ, ਜਿਹੜਾ ਸਾਰੇ ਸੰਸਾਰ ਦੇ ਜੀਵਾਂ ਨੂੰ ਦਾਤਾਂ ਦੇਣ ਵਾਲਾ। ਅਸੀਂ ਭਟਕ ਜਾਂਦੇ ਹਾਂ ਸਾਧ ਸੰਗਤ, ਸਾਡਾ ਭਰੋਸਾ ਨਹੀਂ ਰਹਿੰਦਾ, ਅਸੀਂ ਮਾਨੁਖ ਕੀ ਟੇਕ ਦੇ ਉੱਤੇ ਆਣ ਕੇ ਟਿਕ ਜਾਂਦੇ ਹਾਂ। ਪਰ ਸਤਿਗੁਰੂ ਜੀ ਕਹਿੰਦੇ ਨਹੀਂ, ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕਹੋ ਇੱਕ ਹੈ ਭਗਵਾਨ, ਅਵਰ ਨਾ ਦੂਜਾ ਮੈਂ ਸੁਣਿਆ। ਉਹਦੇ ਵਰਗਾ ਦੂਜਾ ਕੋਈ ਨਹੀਂ, ਉਹ ਵਨ ਐਂਡ ਓਨਲੀ ਹੈ, ਤੇ ਉਹਦੇ ਕੋਲੋਂ ਮੰਗ। ਇੱਕ ਗੱਲ ਹੈ ਕਿ ਇੱਕ ਦਾਤੇ ਦੇ ਕੋਲ ਮੰਗਣਾ ਹੈ, ਮਾਲਕ ਦੇ ਕੋਲੋਂ ਮੰਗਣਾ ਹੈ। ਦੂਜਾ ਆਪਣਾ ਆਪ ਸਮਰਪਿਤ ਕਰ ਦਈਏ। ਤੀਜਾ ਮੰਗਣ ਦੀ ਜਾਚ ਆ ਜਾਏ। ਇਹ ਤਿੰਨ ਗੱਲਾਂ ਜਦੋਂ ਜੀਵਨ ਦੇ ਵਿੱਚ ਆ ਗਈਆਂ, ਸਾਡਾ ਜੀਵਨ ਸਫਲ ਹੋ ਜਾਏਗਾ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕੀਤਾ ਹੋਇਆ ਪਾਵਨ ਬਚਨ ਜਿਹੜਾ ਹੈ ਸਾਡੇ ਹਿਰਦੇ ਵਿੱਚ ਵਸ ਜਾਵੇ ਜੀ, ਤਾਂ ਕਿ ਅਸੀਂ ਗੁਰੂ ਦੇ ਬਚਨਾਂ ਨੂੰ ਕਮਾ ਕੇ ਲੋਕ ਸੁਖੀ ਤੇ ਪਰਲੋਕ ਸੁਹੇਲਾ ਕਰਕੇ ਇਸ ਸੰਸਾਰ ਤੋਂ ਜਾ ਸਕੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।